ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਨ ਕੇ ਚਿਤ ਕਠੋਰ ਹੈ ਸੇ ਬਹੈ ਨਾ ਸਤਿਗੁਰ ਪਾਸ। ਓਥੈ ਸਚ ਵਰਤਦਾ ਕੁੜਿਆਰ ਚਿਤ ਉਦਾਸ। ਓਏ ਬਲ ਛਲ ਕਰ ਚਿਤ ਕੱਢ ਦੇ ਫਿਰ ਜਾਏ ਬਹਿ ਕੁੜਿਆਰਾ ਪਾਸ। ਵਿੱਚ ਸੱਚੇ ਕੂੜੇ ਨਾ ਗੜਹੀ ਮਨ ਬਿਖੋ ਕੋ ਨਿਰਜਾਸ। ਕੁੜਿਆਰ ਕੁੜਿਆਰੀ ਜਾਏ ਰਲੇ ਸਚਿਆਰ ਸਿੱਖ ਬੈਠੀ ਸਤਿਗੁਰ ਪਾਸ। ਜੁਗੋ ਜੁਗ ਅਟਲ ਚਬਰ ਸਤਰ ਤਖਤੀ ਮਾਲਕ ਗੁਰਤਾ ਗੱਦੀ ਤੇ ਸੁਭਾਈ ਮਾਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਆਨੰਦ ਮਾਣ ਰਹੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਖਾਸ ਸਰੂਪ ਸਾਧ ਸੰਗਤ ਜੀਓ। ਆਪ ਸਰਬੱਤ ਸਿੱਖ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ ਜੀ। ਜੀ ਆਇਆਂ ਨੂੰ ਆਖਿਆ ਜਾਂਦਾ ਹੈ। ਸੋ ਆਓ ਗੁਰਮੁਖ ਪਿਆਰਿਓ, ਰਲ ਮਿਲ ਕੇ ਉਦਮ ਉਪਰਾਲੇ ਕਰੀਏ, ਸਤਿਗੁਰਾਂ ਦੀ ਪਵਿੱਤਰ ਬਾਣੀ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਅੱਜ ਦੇ ਵਚਨਾਂ ਦੇ ਨਾਲ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਗੌੜੀ ਗੁਆਰੇਰੀ ਮਹੱਲਾ ਪਹਿਲਾ। ਰਾਗ ਗੌੜੀ। ਪਹਿਲੇ ਸਤਿਗੁਰੂ ਧੰਨ ਧੰਨ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ। ਨਾ ਮਨ ਮਾਰੈ ਨਾ ਕਾਰਜ ਹੋਏ ਮਨ ਬਸ ਦੂਤਾ ਦੁਰਮਤ ਦੋਈ। ਮਨ ਮਾਨੈ ਗੁਰ ਤੇ ਏਕਾ ਹੋਏ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਇਸ ਸ਼ਬਦ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ। ਨਾ ਮਨ ਮਰੈ ਨਾ ਕਾਰਜ ਹੋਏ। ਕਾਰਜ ਦਾ ਭਾਵ ਹੁੰਦਾ ਪਰਮਾਤਮਾ ਦੇ ਨਾਲ ਇੱਕ ਰੂਪ ਹੋਣ ਦਾ ਜਨਮ ਮਨੋਰਥ ਹੈ। ਬਸ ਦਾ ਭਾਵ ਹੁੰਦਾ ਹੈ ਬਸ ਦੇ ਵਿੱਚ, ਕਾਬੂ ਦੇ ਵਿੱਚ। ਦੂਤਾਂ ਦਾ ਭਾਵ ਹੁੰਦਾ ਹੈ ਕਾਮਾਂ ਤੱਕ ਦੂਤਾਂ ਦੇ। ਦੋਏ ਦਾ ਭਾਵ ਹੁੰਦਾ ਹੈ ਮੇਰ ਤੇਰ। ਇਸ ਸ਼ਬਦ ਦੀਆਂ ਜੋ ਰਹਾਉ ਵਾਲੀਆਂ ਪੰਕਤੀਆਂ ਨੇ, ਪਾਤਸ਼ਾਹ ਕਹਿੰਦੇ ਨਿਰਗੁਣ ਰਾਮ ਗੁਣ ਹੈ ਬਸ ਹੋਏ ਆਪ ਨਿਵਾਰ ਵਿਚਾਰੈ ਸੋਏ ਰਹਾਉ। ਨਿਰਗੁਣ ਦਾ ਭਾਵ ਹੁੰਦਾ ਹੈ ਮਾਇਆ ਦੇ ਤਿੰਨ ਗੁਣਾਂ ਤੋਂ ਉਤਾਂ। ਗੁਣੈ ਬਸ ਦਾ ਭਾਵ ਹੁੰਦਾ ਉੱਚੇ ਆਤਮਕ ਗੁਣਾਂ ਦੇ ਵਿੱਚ। ਆਪ ਦਾ ਭਾਵ ਹੁੰਦਾ ਹੈ ਆਪਾ ਭਾਵ।
ਸੋਏ ਦਾ ਭਾਵ ਹੁੰਦਾ ਉਹੀ ਮਨੁੱਖ ਆ। ਪਾਤਸ਼ਾਹ ਕਹਿੰਦੀ ਨਿਰਗੁਣ ਰਾਮ ਗੁਣੈ ਬਸ ਹੋਏ, ਆਪ ਨਿਵਾਰ ਵਿਚਾਰੈ ਸੋਏ ਰਹਾਉ। ਸਤਿਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਰਹਾਉ ਵਾਲੀਆਂ ਪੰਕਤੀਆਂ ਦੇ ਵਿੱਚ ਬਖਸ਼ੇ ਕਰਦੇ ਨੇ। ਪਾਤਸ਼ਾਹ ਕਹਿੰਦੀ ਪਰਮਾਤਮਾ ਮਾਇਆ ਦੇ 3 ਗੁਣਾਂ ਤੋਂ ਪਰੇ ਹੈ। ਪਰਮਾਤਮਾ ਮਾਇਆ ਦੀ 3 ਗੁਣਾਂ ਤੋਂ ਪਰੇ ਹੈ ਤੇ ਉੱਚੇ ਆਤਮਿਕ ਗੁਣਾਂ ਦੇ ਵਸ ਦੇ ਵਿੱਚ ਹੈ। ਭਾਵ ਜੋ ਮਨੁੱਖ ਉੱਚੇ ਆਤਮਿਕ ਗੁਣਾਂ ਨੂੰ ਆਪਣੇ ਅੰਦਰ ਵਸਾਉਂਦਾ ਹੈ, ਆਪਣੇ ਅੰਦਰ ਚੰਗੇ ਗੁਣਾਂ ਨੂੰ ਜਿਹੜਾ ਮਨੁੱਖ ਗ੍ਰਹਿਣ ਕਰਦਾ ਹੈ, ਪਰਮਾਤਮਾ ਉਸ ਮਨੁੱਖ ਦੇ ਨਾਲ ਪਿਆਰ ਕਰਦਾ ਹੈ ਜਿਹੜਾ ਚੰਗੇ ਗੁਣਾਂ ਨੂੰ ਆਪਣੇ ਅੰਦਰ ਪਰੋ ਕੇ ਰੱਖਦਾ ਹੈ। ਪਰਮਾਤਮਾ ਉਸ ਮਨੁੱਖ ਤੇ ਖੁਸ਼ ਹੁੰਦਾ ਹੈ, ਉਸ ਮਨੁੱਖ ਦੇ ਨਾਲ ਪਿਆਰ ਕਰਦਾ ਹੈ ਜਿਹੜਾ ਮਨੁੱਖ ਆਪਾ ਭਾਵ ਦੂਰ ਕਰ ਦਿੰਦਾ ਹੈ, ਮੈਂ ਮੇਰੀ ਨੂੰ ਦੂਰ ਕਰ ਦਿੰਦਾ ਹੈ। ਉਹ ਸ਼ੁਭ ਗੁਣਾਂ ਨੂੰ ਆਪਣੇ ਮਨ ਦੇ ਵਿੱਚ ਵਸਾਉਂਦਾ ਹੈ ਉਹ ਮਨੁੱਖ ਆ। ਤੇ ਸ਼ਬਦ ਦੀ ਸ਼ੁਰੂਆਤ ਸਤਿਗੁਰੂ ਨਾਨਕ ਦੇਵ ਮਹਾਰਾਜ ਕਰਦੇ ਨੇ ਕਿ ਨਾ ਮਨ ਮਰੈ ਨਾ ਕਾਰਜ ਹੋਏ, ਮਨ ਬਸ ਦੂਤਾਂ ਦੁਰਮਤ ਦੋਏ, ਮਨ ਮਾਨੈ ਗੁਰ ਤੇ ਇੱਕ ਹੋਏ। ਸਤਿਗੁਰੂ ਕਹਿੰਦੇ ਜਿਤਨਾ ਚਿਰ ਮਨੁੱਖ ਦਾ ਮਨ ਮਾੜਿਆਂ ਕਰਮਾਂ ਦੇ ਵਿੱਚ ਗ੍ਰਸਤ ਹੋਇਆ ਰਹਿੰਦਾ, ਜਿਤਨਾ ਚਿਰ ਮਨੁੱਖ ਦਾ ਮਨ ਵਿਕਾਰਾਂ ਦੇ ਵਿੱਚ ਮਾੜਿਆਂ ਵਿਚਾਰਾਂ ਦੇ ਵਿੱਚ ਵਸ ਹੈ, ਕੋਝੀ ਮਤ ਦੇ ਅਧੀਨ ਹੈ, ਮੇਰ ਦੇ ਕਾਬੂ ਦੇ ਵਿੱਚ ਹੈ, ਉਤਨਾ ਚਿਰ ਮਨ ਤ੍ਰਿਸ਼ਨਾ ਦੇ ਵੱਲੋਂ ਮਰਦਾ ਨਹੀਂ। ਉਤਨਾ ਚਿਰ ਪਰਮਾਤਮਾ ਦੇ ਨਾਲ ਇੱਕ ਰੂਪ ਹੋਣ ਦਾ ਜਨਮ ਮਨੋਰਥ ਵੀ ਸਿਰੇ ਨਹੀਂ ਚੜ੍ਹਦਾ। ਜਦੋਂ ਗੁਰੂ ਤੋਂ ਸਿੱਖਿਆ ਲੈ ਕੇ ਮਨੁੱਖ ਦਾ ਮਨ ਪਰਮਾਤਮਾ ਦੀ ਸਿਫਤ ਸਲਾਹ ਦੇ ਵਿੱਚ ਗਿੱਝ ਜਾਂਦਾ ਹੈ, ਗੁਰੂ ਤੋਂ ਸਿੱਖਿਆ ਲੈ ਕੇ ਜਦੋਂ ਮਨੁੱਖ ਦਾ ਮਨ ਪਰਮਾਤਮਾ ਦੀ ਵਡਿਆਈ ਦੇ ਨਾਲ, ਪਰਮਾਤਮਾ ਦੀ ਬਾਣੀ ਦੇ ਨਾਲ ਗਿੱਝ ਜਾਂਦਾ ਹੈ, ਫਿਰ ਮਨੁੱਖ ਪਰਮਾਤਮਾ ਦੇ ਨਾਲ ਇੱਕ ਰੂਪ ਹੋ ਜਾਂਦਾ ਹੈ। ਜਦੋਂ ਮਨੁੱਖ ਪਰਮਾਤਮਾ ਦੀ ਬੰਦਗੀ ਦੀ ਕਰਦਾ ਹੈ ਨਾ, ਪਰਮਾਤਮਾ ਦਾ ਨਾਮ ਜਪਣ ਲੱਗ ਪੈਂਦਾ ਹੈ, ਬਾਣੀ ਦੇ ਨਾਲ ਜੁੜ ਜਾਂਦਾ ਜਦੋਂ ਮਨੁੱਖ ਪਰਮਾਤਮਾ ਦੇ ਨਾਲ, ਤਦੋਂ ਇਹ ਪਰਮਾਤਮਾ ਦੇ ਨਾਲ ਫਿਰ ਇੱਕ ਰੂਪ ਹੋ ਜਾਂਦਾ ਹੈ। ਇਹ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ, ਪਰਮਾਤਮਾ ਦੇ ਵਿੱਚ ਅਭੇਦ ਹੋ ਜਾਂਦਾ ਹੈ ਮਨੁੱਖ ਜਦੋਂ ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਦਾ ਹੈ। ਪਾਤਸ਼ਾਹ ਕਹਿੰਦੀ ਮਨ ਭੁੱਲੋਂ ਬਹੁ ਚਿਤੈ ਵਿਕਾਰ, ਮਨ ਭੁੱਲੋ ਸਿਰ ਆਵੈ ਭਾਰ, ਮਨ ਮਾਨੈ ਹਰ ਏਕ ਓੰਕਾਰ। ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਮਾਇਆ ਦੇ ਵਸ ਹੋ ਕੇ ਜਿਤਨਾ ਚਿਰ ਮਨ ਕੁਰਾਹੀ ਪਿਆ ਰਹਿੰਦਾ ਹੈ ਨਾ, ਜਿੰਨਾ ਚਿਰ ਮਨੁੱਖਾ ਮਾਇਆ ਦੇ ਵਸ ਵਿੱਚ ਹੋ ਕੇ ਭਟਕਣਾ ਦੇ ਵਿੱਚ ਪਿਆ ਰਹਿੰਦਾ ਹੈ, ਉਤਨਾ ਚਿਰ ਇਹ ਬੇਕਾਰ ਹੀ ਬੇਕਾਰ ਚਿੱਤ ਵਧਾ ਰਹਿੰਦਾ ਹੈ, ਆਪਣੇ ਹਿਰਦੇ ਦੇ ਅੰਦਰ ਮਾੜੇ ਵਿਚਾਰਾਂ ਨੂੰ ਗ੍ਰਹਿਣ ਕਰਦਾ ਰਹਿੰਦਾ ਉਤਨਾ ਚਿਰ। ਜਦੋਂ ਇਹ ਮਨੁੱਖ ਮਾੜੇ ਵਿਚਾਰਾਂ ਨੂੰ ਗ੍ਰਹਿਣ ਕਰਦਾ ਰਹਿੰਦਾ ਤੇ ਮਨੁੱਖ ਦੇ ਸਿਰ ਉੱਤੇ ਵਿਕਾਰਾਂ ਦਾ ਬੋਝ ਇਕੱਠਾ ਹੁੰਦਾ ਜਾਂਦਾ ਹੈ, ਮਾੜੇ ਵਿਚਾਰਾਂ ਦਾ ਇਕੱਠਾ ਬੋਝ ਹੁੰਦਾ ਜਾਂਦਾ ਹੈ।
ਪਰ ਜਦੋਂ ਮਨੁੱਖ ਗੁਰੂ ਤੋਂ ਸਿੱਖਿਆ ਲੈਂਦਾ ਹੈ, ਜਦੋਂ ਮਨੁੱਖ ਗੁਰੂ ਤੋਂ ਸਿੱਖਿਆ ਲੈ ਕੇ ਮਨ ਪਰਮੇਸ਼ਰ ਦੀ ਸਿਫਤ ਸਲਾਹ ਦੇ ਵਿੱਚ ਪਰਚਦਾ ਹੈ, ਤਦੋਂ ਇਹ ਮਨੁੱਖ ਪਰਮਾਤਮਾ ਦੇ ਨਾਲ ਇੱਕ ਸੁਰ ਹੋ ਜਾਂਦਾ ਹੈ, ਪਰਮਾਤਮਾ ਦਾ ਰੂਪ ਹੋ ਜਾਂਦਾ ਹੈ। ਪਾਤਸ਼ਾਹ ਕਹਿੰਦੇ ਮਨ ਭੁੱਲੋ ਮਾਇਆ ਘਰ ਜਾਏ, ਕਾਮ ਬਰੁਦੋ ਰਹਿ ਨਾ ਠਾਏ, ਹਰ ਭਜ ਪ੍ਰਾਣੀ ਰਸਨ ਰਸਾਏ। ਘਰ ਦਾ ਭਾਵ ਹੁੰਦਾ ਹੈ, ਘਰ ਦੇ ਵਿੱਚ ਘੇਰੇ ਦੇ ਵਿੱਚ। ਕਾਮ ਦਾ ਭਾਵ ਹੁੰਦਾ ਹੈ ਕਾਮ ਵਾਸਨਾ ਵਿੱਚ। ਵਿਰੁੱਧੋ ਦਾ ਭਾਵ ਹੁੰਦਾ ਹੈ ਰੁੱਝਿਆ ਹੋਇਆ, ਫਸਿਆ ਹੋਇਆ। ਠਾਏ ਦਾ ਭਾਵ ਹੁੰਦਾ ਹੈ ਟਿਕਿਆ ਹੋਇਆ। ਪ੍ਰਾਣੀ ਦਾ ਭਾਵ ਹੁੰਦਾ ਹੈ ਹੀ ਮਨੁੱਖ। ਰਸਨ ਦਾ ਭਾਵ ਹੁੰਦਾ ਹੈ ਜੀਵ ਨੂੰ। ਰਸਾਏ ਦਾ ਭਾਵ ਹੁੰਦਾ ਰਸਾ ਕੇ। ਪਾਤਸ਼ਾਹ ਕਹਿੰਦੇ ਮਨ ਭੁੱਲੋ ਮਾਇਆ ਘਰ ਜਾਏ, ਕਾਮ ਵਿਰੁੱਧੋ ਰਹਿ ਨਾ ਠਾਏ, ਹਰ ਰਸ ਪ੍ਰਾਣੀ ਰਸਨ ਰਸਾਏ। ਸਤਿਗੁਰ ਕਹਿੰਦੇ ਮਾਇਆ ਦੇ ਹੇਠ ਮਨੁੱਖ ਕੁਰਾਹੀ ਪਿਆ, ਮਨ ਮਾਇਆ ਦੇ ਘਰ ਵਿੱਚ ਮੁੜ ਜਾਂਦਾ ਹੈ। ਮਾਇਆ ਦੇ ਅਸਰ ਹੇਠ ਆ ਕੇ ਕੁਰਾਹੀ ਪਿਆ, ਪਰਮਾਤਮਾ ਦੇ ਰਾਹ ਤੋਂ ਦੂਰ ਹੋਇਆ ਮਨ ਮਾਇਆ ਘਰ ਦੇ ਵਿੱਚ ਮੁੜ ਕੇ ਮੁੜ ਕੇ ਜਾਂਦਾ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਇਹ ਮਨ ਤੇ ਹਰ ਵੇਲੇ ਕਾਮ ਵਾਸਨਾ ਦੇ ਵਿੱਚ ਫਸਿਆ ਰਹਿੰਦਾ। ਮਨ ਟਿਕਾਣੇ ਸਿਰ ਨਹੀਂ ਰਹਿੰਦਾ। ਇਸ ਮਾਇਆ ਦੇ ਪ੍ਰਭਾਵ ਤੋਂ ਬਚਣ ਦੇ ਲਈ ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਹੇ ਪ੍ਰਾਣੀ, ਆਪਣੀ ਜੀਭ ਨੂੰ ਅੰਮ੍ਰਿਤ ਰਸ ਵਿੱਚ ਰਸਾ ਕੇ ਪਰਮਾਤਮਾ ਦਾ ਭਜਨ ਕਰਿਆ ਕਰ। ਜੇ ਮਾੜੇ ਕਰਮਾਂ ਤੋਂ ਬਚਣਾ ਹੈ ਨਾ, ਆ ਜੀਭਾਂ ਦੇ ਨਾਲ, ਆਪਣੀ ਰਸਨਾ ਦੇ ਨਾਲ ਪਰਮਾਤਮਾ ਦੀ ਗੁਣ ਗਾਇਆ ਕਰ, ਪਰਮਾਤਮਾ ਦੀ ਬੰਦਗੀ ਕਰਿਆ ਕਰ ਇਸ ਜੀਭਾ ਦੇ ਨਾਲ। ਅੱਗੇ ਸਤਿਗੁਰੂ ਕਹਿੰਦੇ ਗੈਬਰ ਹੈਬਰ ਕੰਚਨ ਸੁਤ ਨਾਰੀ, ਬਹੁ ਚਿੰਤਾ ਪਿੜ ਚਾਲੈ ਹਾਰੀ, ਜੂਐ ਖੇਲਣ ਕਾਚੀ ਸਾਰੀ। ਗੈਬਰ ਦਾ ਭਾਵ ਹੁੰਦਾ ਹੈ ਗੱਜ, ਵਧੀਆ ਹਾਥੀ। ਹੈਬਰ ਦਾ ਭਾਵ ਹੁੰਦਾ ਹੈ ਵਧੀਆ ਘੋੜੇ। ਕੰਚਨ ਦਾ ਭਾਵ ਹੁੰਦਾ ਹੈ ਸੋਨਾ। ਸੁੱਤ ਦਾ ਭਾਵ ਹੁੰਦਾ ਹੈ ਪੁੱਤਰ। ਪਿੜ ਦਾ ਭਾਵ ਹੁੰਦਾ ਹੈ ਕੁਸ਼ਤੀ ਦਾ ਅਖਾੜਾ। ਜੂਆ ਖੇਲਣ ਭਾਵ ਜੂਏ ਦੀ ਖੇਡ। ਸਾਰੀ ਦਾ ਭਾਵ ਹੁੰਦਾ ਹੈ ਨਰਦ। ਪਾਤਸ਼ਾਹ ਕਹਿੰਦੀ ਗੈਬਰ ਹੈਬਰ ਕੰਚਨ ਸੁਤ ਨਾਰੀ, ਬਹੁ ਚਿੰਤਾ ਪਿੜ ਚਾਲੈ ਹਾਰੀ, ਜੂਐ ਖੇਲਣ ਕਾਚੀ ਸਾਰੀ। ਸਤਿਗੁਰੂ ਨਾਨਕ ਦੇਵ ਮਹਾਰਾਜ ਇਹਨਾਂ ਵਚਨਾਂ ਦੇ ਨਾਲ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਵਧੀਆ ਹਾਥੀ, ਵਧੀਆ ਘੋੜੇ, ਸੋਨਾ, ਪੁੱਤਰ, ਇਸਤਰੀ, ਇਹਨਾਂ ਦਾ ਮੋਹ ਜੂਏ ਦੀ ਖੇਡ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਵੀ ਮਨ ਦੀ ਜੋ ਇੱਛਾ ਹੈ ਨਾ, ਵੀ ਮੇਰੇ ਕੋਲ ਵਧੀਆ ਘੋੜੇ ਹੋਣ, ਵਧੀਆ ਹਾਥੀ ਹੋਣ, ਸੋਨਾ ਬਹੁਤ ਹੋਵੇ ਤੇ ਪੁੱਤਰ ਵੀ ਹੋਵੇ ਤੇ ਘਰ ਵਾਲੀ ਇਸਤਰੀ ਵੀ ਹੋਵੇ। ਸਤਿਗੁਰੂ ਕਹਿੰਦੇ ਇਹਨਾਂ ਚੀਜ਼ਾਂ ਦਾ ਮੋਹ ਨਾ ਇੱਕ ਜੂਏ ਦੀ ਖੇਡ ਹੈ। ਚੌਪੜ ਦੀਆਂ ਕੱਚੀਆਂ ਨਰਦਾ ਮੁੜ ਕੇ ਮਾਰ ਖਾਂਦੀਆਂ ਨੇ, ਤੇ ਮੈਂ ਇਸ ਜੂਏ ਦੀ ਖੇਡ ਖੇਡਣ ਵਾਲੇ ਦਾ ਮਨ ਕਮਜ਼ੋਰ ਰਹਿ ਕੇ ਬੇਕਾਰਾਂ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ। ਜਿਹੜੇ ਇਹਨਾਂ ਮੋਹ ਦੀਆਂ ਤੰਦਾਂ ਦੇ ਵਿੱਚ ਫਸੇ ਰਹਿੰਦੇ ਨੇ ਜਿਹੜੇ ਮਨੁੱਖ, ਪੁੱਤਰ ਇਸਤਰੀ ਆਦਿਕ ਦੇ ਮੋਹ ਦੇ ਕਾਰਨ ਮਨ ਨੂੰ ਬਹੁਤ ਚਿੰਤਾ ਵਿਆਪਦੀ ਰਹਿੰਦੀ ਹੈ ਤੇ ਅਖੀਰ ਇਸ ਜਗਤ ਅਖਾੜੇ ਤੋਂ ਮਨੁੱਖ ਬਾਜੀ ਹਾਰ ਕੇ ਖਾਲੀ ਹੱਥ ਨੰਗੇ ਪੈਰ ਦੁਨੀਆ ਤੋਂ ਕੂਚ ਕਰ ਜਾਂਦਾ ਹੈ। ਅੱਗੇ ਸਤਿਗੁਰੂ ਨਾਨਕ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ ਸੰਪੋ ਸੱਚੀ ਭਏ ਵਿਕਾਰ,
हरक सोग उभे दरबार, सुख सहजे जप हृदय मुरार। संपो संची भये विकार, हरक सोग उभे दरबार। संपो का भाव हुंदा है धन, संची का भाव हुंदा है इकट्ठी कीती हुई, जोड़ी हुई। सोक का भाव हुंदा है चिंता, उभे का भाव हुंदा है खलोते हुई। दरबार का भाव हुंदा है बूहे दे उत्ते। सहजे का भाव हुंदा है सहज अवस्था दे विच, अडोल अवस्था दे विच। जप का भाव हुंदा है जप की। मुरार का भाव हुंदा है परमात्मा। सतगुरु कहंदे ज्यों ज्यों मनुख धन जोड़दा है ना, ज्यों ज्यों मनुख धन इकट्ठा करदा रहिंदा है, धन जोड़दा है, ते मन दे विच विकार पैदा हुंदे जांदे ने। जदों मनुख धन जोड़ दी लालसा दे विच आउंदा है, मन दे विच विकार पैदा हो जांदे ने। कदे खुशी कदे चिंता। ये खुशी ते सहम सदा मनुख दे बूहे ते खलोते रहिंदे ने। जदों मनुख कोले धन दौलत आ जाती है, खुश हो जाता है। जदों इहदे कोलों चली जाती है, ये गमी दे विच आ जाता है, निराश हो जाता है। खुशी ते गमी इस मनुख दे धन जोड़ दे लालच दे विच दरवाजे ते खड़े रहिंदे ने, सतगुरु कहंदे। पर हिरदे विच परमात्मा दा सिमरन कीतिआं मन अडोल अवस्था दे विच टिक जांदा है। फिर वह मनुख आत्मक आनंद माणदा है। जे धन इकट्ठा करन दी लालसा नूं छड्ड के परमात्मा दी बंदगी दे विच मन नूं जोड़िया जावे, ये मन धन दौलत जोड़न दे विच असीं लाया होया है। पर यही मन जे परमात्मा दी बंदगी विच ला दिता जावे, फिर सहज अवस्था दे विच, अडोल अवस्था दे विच मन टिक जांदा है ते आत्मक आनंद माणदा है। पातशाह कहंदे नदर करे ता मेल मिलाए, गुण संग्रह अवगुण शब्द जलाए, गुरमुख नाम पदार्थ पाए। संग्रह का भाव हुंदा है इकट्ठे करके, शब्द का भाव हुंदा है गुरु दे राही, गुरु दे शब्द दे राही। गुरमुख का भाव हुंदा है गुरु दी शरण पै के। सतगुरु नानक देव महाराज कहंदे ना, कहंदे इस मनुख दे भी बस विच कोई गल नहीं, इहदे भी कोई सारे नहीं मनुख दे। नदर करे तां मेल मिलाए, इस मनुख दे भी बस विच कोई गल नहीं। पर जीव दे की वासा है, जदों परमात्मा मिहर दी निगाह करदा है ना मनुख दे उत्ते, तदों गुरु इस नूं अपने शब्द विच जोड़ के परमात्मा दे चरनां दे विच मिला दिंदा है। गुरु इन्हां नूं जदों परमात्मा दी मिहर दी निगाह मनुख ते हो जाती है। मनुख दे भी की वासा है, जदों परमात्मा मिहर दी निगाह करदा है, तदों गुरु इस नूं अपने शब्द विच जोड़ के परमात्मा दे चरनां विच मिला दिंदा है। गुरु दे सन्मुख हो के जीव आत्मक गुण अपने अंदर इकट्ठे करके गुरु दे शब्द दे राही अपने अंदरों अवगुण साड़ दिंदा है ते गुरु दे सन्मुख होके मनुख नाम धन लभ लैंदा है। जदों मनुख गुरु दे सन्मुख हुंदा है, पातशाह कहंदे बिन नावै सब दुख निवास, मनमुख मूढ़ माया चितवास, गुरमुख ज्ञान धूर मन कर्म लिखियास। दुख निवास का भाव हुंदा है दुखां दा निवास मन दे विच। मनमुख का भाव हुंदा है मन का मुरीद, अपनी मर्जी के अनुसार चलण वाला। चित्त वास का भाव हुंदा है चित्त दे विच
ਚਿੱਤ ਦਾ ਟਿਕਾਣਾ। ਕਰਮ ਦਾ ਭਾਵ ਹੁੰਦਾ ਮਿਹਰ ਦੇ ਨਾਲ। ਸਤਿਗੁਰੂ ਕਹਿੰਦੇ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਨ ਤੋਂ ਬਿਨਾਂ ਮਨੁੱਖ ਦੇ ਮਨ ਵਿੱਚ ਸਾਰੇ ਦੁੱਖਾਂ ਕਲੇਸ਼ਾਂ ਦਾ ਡੇਰਾ ਆ ਲੱਗਦਾ ਹੈ। ਧਿਆਨ ਦੇ ਨਾਲ ਸੁਣੋ ਬਚਨ। ਸਤਿਗੁਰੂ ਕਹਿੰਦੇ ਬਿਨ ਨਾਵੈ ਸਭ ਦੁਖ ਨਿਵਾਸ। ਜੇਕਰ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ ਨਾ, ਪਰਮਾਤਮਾ ਦੀ ਬੰਦਗੀ ਮਨੁੱਖ ਨਹੀਂ ਕਰਦਾ, ਤੇ ਸਤਿਗੁਰੂ ਕਹਿੰਦੇ ਜਦੋਂ ਮਨੁੱਖ ਪਰਮਾਤਮਾ ਦੇ ਨਾਮ ਤੋਂ ਦੂਰ ਹੋ ਜਾਂਦਾ ਹੈ, ਫਿਰ ਦੁਨੀਆ ਦੇ ਸਾਰੇ ਦੁੱਖ ਕਲੇਸ਼ ਉਹਨਾਂ ਦਾ ਡੇਰਾ ਮਨੁੱਖ ਦੇ ਮਨ ਦੇ ਵਿੱਚ, ਸਰੀਰ ਦੇ ਵਿੱਚ ਹੋ ਜਾਂਦਾ ਹੈ। ਦੁੱਖਾਂ ਕਲੇਸ਼ਾਂ ਦਾ ਡੇਰਾ ਆ ਕੇ ਲੱਗ ਜਾਂਦਾ ਹੈ। ਮੂਰਖ ਮਨਮੁਖ ਦੇ ਚਿੱਤ ਦਾ ਬਾਸਾ ਮਾਇਆ ਦੇ ਮੋਹ ਵਿੱਚ ਹੀ ਰਹਿੰਦਾ ਹੈ। ਜਿਹੜਾ ਮਨੁੱਖ ਆਪਣੀ ਮਰਜ਼ੀ ਕਰਦਾ ਹੈ, ਆਪਣੀ ਮਰਜ਼ੀ ਦੇ ਅਨੁਸਾਰ ਜਿਉਣ ਦਾ ਯਤਨ ਕਰਦਾ ਹੈ, ਉਹਦੇ ਚਿੱਤ ਦਾ ਬਾਸਾ ਮਾਇਆ ਦੇ ਮੋਹ ਵਿੱਚ ਰਹਿੰਦਾ ਹੈ। ਧੁਰੋਂ ਪਰਮਾਤਮਾ ਦੀ ਮਿਹਰ ਦੇ ਨਾਲ ਜਿਸ ਦੇ ਮੱਥੇ ਉੱਤੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਲੇਖ ਉਗੜਦਾ ਹੈ, ਉਹ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਲ ਡੂੰਘੀ ਸਾਂਝ ਪਾਉਂਦਾ ਹੈ। ਪਰਮਾਤਮਾ ਦੀ ਬੰਦਗੀ ਉਹ ਮਨੁੱਖ ਕਰਦਾ ਹੈ। ਅੱਗੇ ਸਤਿਗੁਰੂ ਨਾਨਕ ਦੇਵ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ। ਪਾਸ਼ਕ ਦੀ ਮਨ ਚੰਚਲ ਧਾਵਤ ਫੁਨ ਧਾਵੈ। ਸਾਚੇ ਸੂਚੇ ਮੈਲ ਨਾ ਭਾਵੈ। ਨਾਨਕ ਗੁਰਮੁਖ ਹਰ ਗੁਣ ਗਾਵੈ। ਸਤਿਗੁਰੂ ਕਹਿੰਦੇ ਆਤਮ ਗੁਣਾਂ ਤੋਂ ਸਖਣਾ ਮਨ ਹਮੇਸ਼ਾ ਹੀ ਚਲਾਕੀਆਂ ਕਰਦਾ ਰਹਿੰਦਾ ਹੈ। ਜਿਹੜਾ ਆਤਮ ਗੁਣਾਂ ਤੋਂ ਸਖਣਾ ਮਨ ਹੈ, ਉਹ ਮਨੁੱਖ ਦਾ ਮਨ ਚੰਚਲ ਰਹਿੰਦਾ, ਚਤੁਰਾਈਆਂ ਕਰਦਾ ਰਹਿੰਦਾ ਹੈ, ਮਾਇਆ ਦੇ ਪਿੱਛੇ ਦੌੜਦਾ ਰਹਿੰਦਾ ਹੈ। ਉਹ ਮਨੁੱਖ ਦਾ ਮਨ ਮੁੜ ਮੁੜ ਦੌੜਦਾ ਹੈ। ਸਦਾ ਰਹਿਣ ਵਾਲੇ ਪਰਮਾਤਮਾ ਵਿਕਾਰਾਂ ਦੀ ਭਿੜ ਤੋਂ ਸੁੱਚੇ ਪਰਮਾਤਮਾ ਨੂੰ ਮਨੁੱਖ ਦੇ ਮਨ ਦੀ ਇਹ ਮੇਲ ਚੰਗੀ ਨਹੀਂ ਲੱਗਦੀ। ਇਸ ਵਾਸਤੇ ਇਹ ਪਰਮਾਤਮਾ ਤੋਂ ਆਪਣੀ ਮਰਜ਼ੀ ਦੇ ਤੁਰਨ ਵਾਲਾ ਮਨੁੱਖ ਪਰਮਾਤਮਾ ਦੇ ਦਰ ਤੋਂ ਦੂਰ ਰਹਿੰਦਾ ਹੈ। ਇਹ ਪਰਮਾਤਮਾ ਦੇ ਦਰ ਤੋਂ ਮਨੁੱਖ ਹਮੇਸ਼ਾ ਵਾਸਤੇ ਦੂਰ ਰਹਿੰਦਾ ਹੈ। ਜਿਹੜਾ ਮਨੁੱਖ ਆਪਣੀ ਮਰਜ਼ੀ ਦੇ ਅਨੁਸਾਰ ਚੱਲਦਾ ਹੈ, ਆਪਣੀ ਮਰਜ਼ੀ ਦੇ ਅਨੁਸਾਰ ਜਿਹੜਾ ਮਨੁੱਖ ਚੱਲਦਾ ਹੈ, ਉਹ ਹਮੇਸ਼ਾ ਹੀ ਪਰਮਾਤਮਾ ਦੇ ਦਰ ਤੋਂ ਦੂਰ ਰਹਿੰਦਾ ਹੈ। ਗੌੜੀ ਗੁਆਰੇਰੀ ਮਹੱਲਾ ਪਹਿਲਾ। ਹਉਮੈ ਕਰਦਿਆਂ ਨੈ ਸੁਖ ਹੋਏ। ਮਨ ਮਤ ਝੂਠੀ ਸੱਚਾ ਸੋਏ। ਸਗਲ ਵਿਭੂਤੈ ਭਾਵੈ ਦੋਏ। ਜੋ ਕਮਾਵੈ ਤੁਰ ਲਿਖਿਆ ਹੋਏ। ਸਤਿਗੁਰੂ ਨਾਨਕ ਦੇਵ ਮਹਾਰਾਜ ਇਸ ਸਭ ਦੀ ਸ਼ੁਰੂਆਤ ਕਰਦੇ ਨੇ ਇਹਨਾਂ ਵਚਨਾਂ ਦੇ ਨਾਲ ਕਿ ਹਉਮੈ ਕਰਦਿਆਂ ਨੈ ਸੁਖ ਹੋਏ। ਮਨ ਮਤ ਝੂਠੀ ਸੱਚਾ ਸੋਏ। ਸਤਿਗੁਰੂ ਕਹਿੰਦੇ ਆਪਣੇ ਮਨ ਦੀ ਅਗਵਾਈ ਦੇ ਵਿੱਚ ਰਹਿ ਕੇ, ਆਪਣੇ ਮਨ ਦੇ ਵਿੱਚ ਆਪਣੇ ਮਨ ਦੇ ਪਿੱਛੇ ਤੁਰਨ ਕਰਕੇ ਹਰ ਵੇਲੇ ਆਪਣੇ ਹੀ ਵਡੱਪਣ ਤੇ ਸੁੱਖ ਦੀਆਂ ਗੱਲਾਂ ਕਰਦੇ ਆ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਸੁੱਖ ਨਹੀਂ ਮਿਲ ਸਕਦਾ। ਕਦੇ ਵੀ ਉਸ ਮਨੁੱਖ ਨੂੰ ਸੁੱਖ ਦੀ ਪ੍ਰਾਪਤੀ ਨਹੀਂ ਹੋ ਸਕਦੀ। ਆਪਣੇ ਮਨ ਦੀ ਅਗਵਾਈ ਦੇ ਵਿੱਚ ਰਹਿ ਕੇ, ਆਪਣੇ ਮਨ ਦੇ ਅਧੀਨ ਰਹਿ ਕੇ ਹਰ ਵੇਲੇ ਆਪਣੇ ਹੀ ਵਡੱਪਣ ਤੇ ਸੁੱਖ ਦੀਆਂ ਗੱਲਾਂ ਕਰਦੇ ਆ। ਕਦੇ ਵੀ ਕਿਸੇ ਮਨੁੱਖ ਨੂੰ ਸੁੱਖ ਨਹੀਂ ਮਿਲਦਾ। ਮਨ ਦੀ ਸਿਆਣਪ ਨਾਸਵੰਤ ਪਦਾਰਥਾਂ ਦੇ ਵਿੱਚ ਜੋੜਦੀ ਹੈ। ਜਿਹੜਾ ਮਨ ਚਤੁਰਾਈਆਂ ਕਰਦਾ ਨਾ, ਚਤੁਰਾਈਆਂ ਵਾਲਾ ਮਨ ਨਾਸਵੰਤ ਪਦਾਰਥਾਂ ਵਿੱਚ ਜੋੜਦਾ ਹੈ। ਉਹ ਪਰਮਾਤਮਾ ਸਦਾ ਰਹਿਣ ਵਾਲਾ ਹੈ ਤੇ ਸੁੱਖ ਦਾ ਸੋਮਾ ਹੈ। ਮਨ ਮਤ ਤੇ ਪਰਮਾਤਮਾ ਦਾ ਸੁਭਾਅ ਵੱਖ-ਵੱਖ ਹੈ। ਦੋਹਾਂ ਦਾ ਮੇਲ ਨਹੀਂ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ
ਸੁੱਖ ਕਿੱਥੋਂ ਆਵੇ? ਇੱਥੇ ਪ੍ਰਸ਼ਨਵਾਚਕ ਨਿਸ਼ਾਨੀ ਲੱਗ ਗਈ ਵੀ ਸੁੱਖ ਕਿੱਥੋਂ ਆਵੇ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਨਾਮ ਵਿਸਾਰ ਕੇ ਮੇਰ ਤੇਰ ਚੰਗੀ ਲੱਗਦੀ ਹੈ ਉਹ ਸਾਰੇ ਮਨੁੱਖ ਖੁਆਰ ਹੀ ਹੁੰਦੇ ਨੇ, ਪਰ ਜੀਵ ਦੇ ਕੀ ਵੱਸ ਹੈ? ਕੀਤੇ ਕਰਮਾਂ ਦੇ ਅਨੁਸਾਰ ਜੀਵ ਦੇ ਮੱਥੇ ਉੱਤੇ ਧੁਰੋਂ ਲੇਖ ਲਿਖਿਆ ਹੁੰਦਾ ਹੈ ਤੇ ਉਸ ਲੇਖ ਦੇ ਅਨੁਸਾਰ ਹੀ ਇੱਥੇ ਕਮਾਈ ਕਰਦਾ ਹੈ ਮਨੁੱਖ। ਨਾਮ ਸਿਮਰਨ ਛੱਡ ਕੇ ਨਾਸਵੰਤ ਪਦਾਰਥਾਂ ਵਿੱਚ ਸੁੱਖ ਭਾਲਣ ਤੇ ਬੇਅਰਥ ਯਤਨ ਕਰਦਾ ਰਹਿੰਦਾ ਹੈ। ਇਹ ਮਨੁੱਖ ਸੁੱਖ ਭਾਲਦਾ, ਮੈਨੂੰ ਸੁੱਖ ਮਿਲਣ। ਜਿਹੜਾ ਸੁੱਖਾਂ ਦਾ ਸੋਮਾ ਹੈ ਪਰਮਾਤਮਾ ਦਾ ਨਾਮ, ਉਹ ਇਸ ਮਨੁੱਖ ਨੇ ਆਪਣੇ ਮਨ ਦੇ ਵਿੱਚੋਂ ਦੂਰ ਕੀਤਾ ਹੋਇਆ ਹੈ। ਪਾਤਸ਼ਾਹ ਕਹਿੰਦੇ ਐਸਾ ਜਗ ਦੇਖਿਆ ਜੁਆਰੀ, ਸਭ ਸੁਖ ਮੰਗੈ ਨਾਮ ਵਿਸਾਰੀ ਰਹਾਓ। ਐਸਾ ਜਗ ਦੇਖਿਆ ਜੁਆਰੀ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਮੈਂ ਵੇਖਿਆ ਕਿ ਜਗਤ ਜੂਏ ਦੀ ਖੇਡ ਖੇਡਦਾ ਹੈ। ਮੈਂ ਵੇਖਿਆ ਇਹ ਸੰਸਾਰ, ਇਹ ਜਗਤ ਜੂਏ ਦੀ ਖੇਡ ਖੇਡਦਾ ਹੈ। ਅਜਿਹੀ ਖੇਡ ਖੇਡਦਾ ਕਿ ਸੁੱਖ ਤਾਂ ਸਾਰੇ ਹੀ ਮੰਗਦਾ, ਪਰ ਜਿਸ ਨਾਮ ਤੋਂ ਸੁੱਖ ਮਿਲਦੇ ਨੇ ਉਸ ਨਾਮ ਨੂੰ ਇਹਨੇ ਆਪਣੇ ਮਨ ਦੇ ਵਿੱਚੋਂ ਭੁਲਾ ਦਿੱਤਾ ਹੈ। ਸੁੱਖ ਹਰੇਕ ਮੰਗਦਾ ਹੈ, ਦੁੱਖ ਕੌਣ ਮੰਗਦਾ ਹੈ? ਹਰੇਕ ਕਹਿੰਦਾ ਵੀ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋਵੇ, ਮੇਰੇ ਜ਼ਿੰਦਗੀ ਵਿੱਚ ਦੁੱਖ ਆਉਣ ਹੀ ਨਾ। ਪਰ ਸਤਿਗੁਰੂ ਕਹਿੰਦੇ ਜਿਹੜਾ ਸੁੱਖਾਂ ਦਾ ਸੋਮਾ ਹੈ ਪਰਮਾਤਮਾ ਦਾ ਨਾਮ, ਉਸ ਨੂੰ ਇਸ ਮਨੁੱਖ ਨੇ ਆਪਣੇ ਮਨ ਦੇ ਵਿੱਚੋਂ ਹੀ ਵਿਸਾਰ ਦਿੱਤਾ ਹੈ ਤੇ ਭਾਲਦਾ ਫਿਰਦਾ ਸੁੱਖ। ਫਿਰ ਦੁੱਖਾਂ ਦਾ ਕਾਰਨ ਪਰਮਾਤਮਾ ਦਾ ਨਾਮ ਨੂੰ ਵਿਸਾਰ ਕੇ ਇਹ ਦੁੱਖਾਂ ਦਾ ਭਾਗੀ ਬਣਦਾ ਰਹਿੰਦਾ ਹੈ ਮਨੁੱਖ। ਅੱਗੇ ਸਤਿਗੁਰੂ ਕਹਿੰਦੇ ਅਦ੍ਰਿਸ਼ਟ ਦਿਸੈ ਤਾਂ ਕਹਿਆ ਜਾਏ, ਬਿਨ ਦੇਖੈ ਕਹਿਣਾ ਬਿਰਥਾ ਜਾਏ, ਗੁਰਮੁਖ ਦੀਸੈ ਸਹਿਜ ਸੁਭਾਏ। ਸਤਿਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਪਰਮਾਤਮਾ ਇਹਨਾਂ ਅੱਖਾਂ ਦੇ ਨਾਲ ਦਿਸਦਾ ਨਹੀਂ। ਉਹ ਪਰਮਾਤਮਾ, ਉਹ ਪਰਮੇਸ਼ਰ ਇਹਨਾਂ ਅੱਖਾਂ ਦੇ ਨਾਲ ਨਹੀਂ ਦਿਸਦਾ। ਜੇ ਅੱਖੀ ਦਿਸੇ ਤਾਂ ਹੀ ਉਸ ਨੂੰ ਮਿਲਣ ਦੀ ਖਿੱਚ ਪੈਦਾ ਹੋਵੇ ਤੇ ਉਸ ਦਾ ਨਾਮ ਲੈਣ ਨੂੰ ਖਿੱਚਿਤ ਕਰੇ। ਅੱਖੀ ਦਿਸਣ ਤੋਂ ਬਿਨਾਂ ਉਸ ਦੇ ਦੀਦਾਰ ਦੀ ਖਿੱਚ ਨਹੀਂ ਬਣਦੀ, ਤਾਂਘ ਦੇ ਨਾਲ ਉਸ ਦਾ ਨਾਮ ਲਿਆ ਨਹੀਂ ਜਾ ਸਕਦਾ। ਖਿੱਚ ਬਣੀ ਰਹਿੰਦੀ ਹੈ ਦਿਸਦੇ ਪਦਾਰਥਾਂ ਦੇ ਨਾਲ। ਜਿਹੜੇ ਅਸੀਂ ਪਦਾਰਥ ਵੇਖਦੇ ਹਾਂ ਉਹਨਾਂ ਦੇ ਨਾਲ ਸਾਡੀ ਖਿੱਚ ਬਣਦੀ। ਗੁਰੂ ਦੇ ਸਨਮੁਖ ਰਿਹਾ ਮਨੁੱਖ ਦਾ ਮਨ ਦਿਸਦੇ ਪਦਾਰਥਾਂ ਵੱਲੋਂ ਹਟ ਕੇ ਅਡੋਲ ਅਵਸਥਾ ਵਿੱਚ ਟਿਕਦਾ ਹੈ, ਪਰਮੇਸ਼ਰ ਪ੍ਰੇਮ ਦੇ ਵਿੱਚ ਲੀਨ ਹੁੰਦਾ ਹੈ ਤੇ ਜਿਸ ਇਸ ਤਰ੍ਹਾਂ ਅੰਤਰ ਆਤਮੇ ਉਹ ਪਰਮੇਸ਼ਰ ਦਿਸ ਪੈਂਦਾ ਹੈ। ਗੁਰੂ ਦੇ ਸਨਮੁਖ ਮਨੁੱਖ ਦੀ ਸੁਰਤਾ ਗੁਰੂ ਦੀ ਦੱਸੀ ਸੇਵਾ ਵਿੱਚ ਜੁੜਦੀ ਹੈ ਤੇ ਉਸ ਦੀ ਲਿਵ ਇੱਕ ਪਰਮਾਤਮਾ ਦੇ ਵਿੱਚ ਲੱਗਦੀ ਹੈ। ਤੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਾਂਗੇ। ਕੱਲ੍ਹ ਨੂੰ ਇਸ ਸਾਰੇ ਸ਼ਬਦ ਦੀ ਵਿਚਾਰ ਆਪਾਂ ਦੁਬਾਰੇ ਕਰਾਂਗੇ, ਕਿਉਂਕਿ ਇੱਕ ਸ਼ਬਦ ਲੰਬਾ ਹੈ ਤੇ ਆਪਣਾ ਸਮਾਂ ਵੀ ਹੋ ਚੁੱਕਾ ਹੈ। ਇੱਥੇ ਅੱਜ ਆਪਾਂ ਸਮਾਪਤੀ ਕਰ ਦਾਂਗੇ। ਸਾਰੀ ਸਿੱਖ ਸੰਗਤ ਦਾ